ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਦੂਜਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਛੇਵੇਂ ਕਾਂਡ ਦਾ ਛੇਵਾਂ ਭਾਗ ਅਵਰ ਉਪਦੇਸੈ ਆਪ ਨਾ ਕਰੈ। ਸਤਵਾਂ ਭਾਗ ਗੁਰੂ ਦੇ ਉਪਦੇਸ਼ ਬਿਨਾ ਹੋਰ ਪ੍ਰਭੂ ਭਗਤੀ ਨਿਸਫਲ ਅਤੇ ਅੱਠਵਾਂ ਭਾਗ ਉਪਦੇਸ਼ ਪਦ ਦਾ ਹੋਰ ਅਰਥ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਵਰ ਉਪਦੇਸੈ ਆਪ ਨਾ ਕਰੈ। ਲੋਕਾਂ ਨੂੰ ਨੇਕੀ ਦਾ ਰਸਤਾ ਉਹੀ ਮਨੁੱਖ ਵਿਖਾ ਸਕਦਾ ਹੈ ਜਿਹੜਾ ਆਪ ਪਰਉਪਕਾਰੀ ਅਤੇ ਸੁੱਚੇ ਆਚਰਣ ਵਾਲਾ, ਰੱਬ ਦੇ ਭੈ ਵਿੱਚ ਰਹਿਣ ਵਾਲਾ ਹੋਵੇ। ਆਪਣਾ ਕਿਹਾ ਆਪ ਕਮਾਉਣ ਵਾਲੇ ਦੀ ਕਹੀ ਗੱਲ ਦਾ ਹੀ ਸਰੋਤਿਆਂ ਦੇ ਮਨ 'ਤੇ ਚੰਗਾ ਪ੍ਰਭਾਵ ਪੈ ਸਕਦਾ ਹੈ। ਲੋਕਾਂ ਦੀਆਂ ਨਜ਼ਰਾਂ ਵਿੱਚ ਧਰਮਾਤਮਾ ਬਣੇ ਹੋਏ ਅੰਦਰ ਦੇ ਖੋਟੇ ਉਪਦੇਸ਼ਕਾਂ ਬਾਰੇ ਸਤਿਗੁਰਾਂ ਦਾ ਫਰਮਾਨ ਹੈ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ, ਜਾਣਨ ਹਾਰ ਪ੍ਰਭੂ ਪਰਬੀਨ, ਬਾਹਰ ਭੇਖ ਨਾ ਕਾਹੂ ਭੀਨ, ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੇ। ਪੰਨਾ 269। ਲੋਕਾਂ ਨੂੰ ਨੇਕੀ ਦਾ ਉਪਦੇਸ਼ ਕਰਨ ਵਾਲਾ ਆਪ ਆਪਣੇ ਉਸ ਕਹੇ 'ਤੇ ਅਮਲ ਨਾ ਕਰੇ ਤਾਂ ਸਤਿਗੁਰਾਂ ਦੇ ਫਰਮਾਨ ਅਨੁਸਾਰ ਅਜਿਹਾ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਪਿਆ ਸਦਾ ਦੁਖੀ ਰਹਿੰਦਾ ਹੈ। ਇਸੇ ਤਰ੍ਹਾਂ ਸਤਿਗੁਰਾਂ ਦਾ ਇਹ ਫਰਮਾਨ ਹੈ, ਕਰਮ ਧਰਮ ਜੁਗਤ ਬਹੁ ਕਰਤਾ, ਕਰਨੇ ਹਾਰ ਨਾ ਜਾਣੈ, ਉਪਦੇਸ਼ ਕਰੈ ਆਪ ਨਾ ਕਮਾਵੈ, ਤਤ ਸ਼ਬਦ ਨਾ ਪਛਾਨੈ, ਨਾਂਗਾ ਆਇਆ ਨਾਂਗੋ ਜਾਸੀ, ਜਿਉ ਹਸਤੀ ਖਾਕ ਛਾਨੈ। ਪੰਨਾ 380। ਅਰਥ, ਜੇ ਕੋਈ ਮਨੁੱਖ ਲੋਕਾਂ ਨੂੰ ਵਿਖਾਉਣ ਲਈ ਅਨੇਕਾਂ ਕਿਸਮਾਂ ਦੇ ਮਿੱਥੇ ਹੋਏ ਧਾਰਮਿਕ ਕੰਮ ਕਰਦਾ ਹੋਵੇ ਪਰ ਸਿਰਜਣਹਾਰ ਪ੍ਰਭੂ ਨਾਲ ਸਾਂਝ ਨਾ ਪਾਏ, ਜੋ ਹੋਰਨਾਂ ਨੂੰ ਤਾਂ ਧਰਮ ਦਾ ਉਪਦੇਸ਼ ਕਰਦਾ ਹੈ ਪਰ ਆਪਣਾ ਧਾਰਮਿਕ ਜੀਵਨ ਨਾ ਬਣਾਏ ਤੇ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਦੀ ਸਾਰ ਨਾ ਸਮਝੇ, ਤਾਂ ਉਹ ਖਾਲੀ ਹੱਥ ਜਗਤ ਵਿੱਚ ਆਉਂਦਾ ਹੈ ਤੇ ਇਥੋਂ ਖਾਲੀ ਹੱਥ ਹੀ ਤੁਰ ਜਾਂਦਾ ਹੈ। ਉਸ ਦੇ ਇਸ ਵਿਖਾਵੇ ਵਾਲੇ ਧਾਰਮਿਕ ਕੰਮ ਵਿਅਰਥ ਜਾਂਦੇ ਹਨ, ਜਿਵੇਂ ਹਾਥੀ ਇਸ਼ਨਾਨ ਕਰਕੇ ਫਿਰ ਆਪਣੇ ਉੱਤੇ ਮਿੱਟੀ ਪਾ ਲੈਂਦਾ ਹੈ। ਸਤਿਗੁਰਾਂ ਦੇ ਹੁਕਮ ਨੂੰ ਸਮਝ ਕੇ ਉਸ ਅਨੁਸਾਰ ਜੀਵਨ ਨਾ ਬਣਾਉਣਾ ਪਰ ਅਖੰਡ ਪਾਠ ਕਰਵਾ ਕੇ ਲੋਕਾਂ ਦੀਆਂ ਨਜ਼ਰਾਂ ਵਿੱਚ ਧਰਮੀ ਬਣਨ ਲਈ ਲੋਕਾਂ ਨੂੰ ਭੋਜਨ ਪਾਣੀ ਛਕਾਉਣਾ, ਦਾਨ ਪੁੰਨ ਕਰਨੇ, ਤੀਰਥਾਂ 'ਤੇ ਇਸ਼ਨਾਨ ਕਰਨੇ, ਜਪ ਤਪ ਕਰਨੇ ਜਾਂ ਪੈਸੇ ਦੇ ਕੇ ਆਪਣੇ ਲਈ ਦੂਜਿਆਂ ਕੋਲੋਂ ਜਾਪ ਕਰਵਾਉਣੇ ਆਦਿ ਸਾਰਾ ਕੁਝ ਨਿਸਫਲ ਹੈ। ਕਬੀਰ ਅਵਰਾਂ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬੇਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਪੰਨਾ 1369। ਅਰਥ, ਕਬੀਰ ਸਾਹਿਬ ਫਰਮਾਨ ਕਰਦੇ ਹਨ ਕਿ ਜਿਹੜੇ ਨਿਰਾ ਹੋਰਨਾਂ ਨੂੰ ਮੱਤਾਂ ਦਿੰਦੇ ਹਨ ਪਰ ਉਹਨਾਂ ਦੇ ਆਪਣੇ ਅੰਦਰ ਕੋਈ ਰਸ ਨਹੀਂ ਆਉਂਦਾ, ਅਜਿਹੇ ਧਰਮ ਆਗੂ ਹੋਰਨਾਂ ਦੀ ਰਾਸ ਪੂੰਜੀ ਦੀ ਰਾਖੀ ਕਰਨ ਦਾ ਯਤਨ ਤਾਂ ਕਰਦੇ ਹਨ ਪਰ ਆਪਣੇ ਪਿਛਲੇ ਸਾਰੇ ਗੁਣ ਮੁਕਾ ਲੈਂਦੇ ਹਨ। ਲੋਕ ਵਿਖਾਵੇ ਵਾਲਾ ਪਖੰਡ ਕਰਕੇ ਲੋਕਾਂ ਨੂੰ ਠੱਗਣਾ ਮਾਇਆ ਗ੍ਰਸੇ ਬ੍ਰਾਹਮਣ ਦਾ ਪੇਸ਼ਾ ਬਣ ਚੁੱਕਾ ਸੀ। ਬ੍ਰਾਹਮਣ ਦਾ ਜ਼ਿਕਰ ਕਰਦੇ ਹੋਏ ਸਤਿਗੁਰ ਜੀ ਫਰਮਾਨ ਕਰਦੇ ਹਨ, ਬਾਹਰ ਭੇਖ ਕਰਹਿ ਕਨੇਰੇ, ਅੰਤਰ ਵਿਖਿਆ ਉਤਰੀ ਘੇਰੇ, ਅਵਰ ਉਪਦੇਸੈ ਆਪ ਨਾ ਬੂਝੈ, ਐਸਾ ਬ੍ਰਾਹਮਣ ਕਹੀਂ ਨਾ ਸੀਝੈ। ਪੰਨਾ 372। ਅਰਥ, ਬ੍ਰਾਹਮਣ ਦੇ ਆਪਣੇ ਅੰਦਰ ਤਾਂ ਮਾਇਆ ਘੇਰ ਕੇ ਡੇਰਾ ਪਾਈ ਬੈਠੀ ਹੈ ਪਰ ਲੋਕਾਂ ਨੂੰ ਪਤਿਆਉਣ ਵਾਸਤੇ, ਆਪ ਨੂੰ ਲੋਕਾਂ ਦਾ ਧਾਰਮਿਕ ਆਗੂ ਜ਼ਾਹਰ ਕਰਨ ਵਾਸਤੇ ਕਈ ਧਾਰਮਿਕ ਭੇਖ ਕਰਦਾ ਹੈ। ਜਿਹੜਾ ਬ੍ਰਾਹਮਣ ਹੋਰਨਾਂ ਨੂੰ ਤਾਂ ਧਰਮ ਦਾ ਉਪਦੇਸ਼ ਕਰਦਾ ਹੈ ਪਰ ਆਪ ਉਸ ਧਰਮ ਨੂੰ ਕੁਝ ਸਮਝਦਾ ਨਹੀਂ, ਅਜਿਹਾ ਬ੍ਰਾਹਮਣ ਲੋਕ ਪਰਲੋਕ ਵਿੱਚ ਕਿਤੇ ਵੀ ਸਫਲ ਨਹੀਂ ਹੁੰਦਾ। ਮੁਖ ਤੇ ਪੜ੍ਹਤਾ ਟੀਕਾ ਸਹਿਤ, ਹਿਰਦੇ ਰਾਮ ਨਹੀਂ ਪੂਰਨ ਰਹਿਤ, ਉਪਦੇਸ਼ ਕਰੇ ਕਰ ਲੋਕ ਦ੍ਰਿੜਾਵੈ, ਆਪਣਾ ਕਹਿਆ ਆਪ ਨਾ ਕਮਾਵੈ। ਪੰਨਾ 887। ਅਰਥ, ਜਿਹੜਾ ਮਨੁੱਖ ਧਰਮ ਪੁਸਤਕਾਂ ਨੂੰ ਮੂੰਹੋਂ ਤਾਂ ਅਰਥਾਂ ਸਮੇਤ ਪੜ੍ਹਦਾ ਹੈ ਪਰ ਉਸ ਦੇ ਹਿਰਦੇ ਵਿੱਚ ਪਰਮਾਤਮਾ ਨਹੀਂ ਵਸਦਾ, ਨਾ ਹੀ ਉਸ ਦੀ ਰਹਿਣੀ ਬੇਦਾਗ ਹੈ, ਹੋਰ ਲੋਕਾਂ ਨੂੰ ਧਰਮ ਪੁਸਤਕਾਂ ਦਾ ਉਪਦੇਸ਼ ਕਰਦਾ ਹੈ
ਪਰ ਆਪ ਇਸ ਦੱਸੇ ਹੋਏ ਆਪਣੇ ਉਪਦੇਸ਼ 'ਤੇ ਆਪ ਹੀ ਅਮਲ ਨਹੀਂ ਕਰਦਾ, ਉਸ ਨੂੰ ਪੰਡਤ ਨਹੀਂ ਕਿਹਾ ਜਾ ਸਕਦਾ। ਭਾਗ 7ਵਾਂ। ਗੁਰੂ ਦੇ ਉਪਦੇਸ਼ ਬਿਨਾਂ ਹੋਰ ਪ੍ਰਭੂ ਭਗਤੀ ਨੇ ਸਫਲ। ਭਰਮੇ ਭਾਹਾ ਨ ਵਿਝਵੈ, ਜੇ ਭਵੈ ਦਿਸੰਤਰ ਦੇਸ਼, ਅੰਤਰ ਮੈਲ ਨ ਉਤਰੈ, ਧ੍ਰਿਗ ਜੀਵਨ ਧ੍ਰਿਗ ਵੇਸ। ਹੋਰ ਕਿਤੇ ਭਗਤ ਨ ਹੋਵਈ, ਬਿਨ ਸਤਿਗੁਰ ਕੇ ਉਪਦੇਸ਼। ਮਨ ਰੇ ਗੁਰਮੁਖ ਅਗਨ ਨਿਵਾਰ, ਗੁਰ ਕਾ ਕਹਿਆ ਮਨ ਵਸੈ, ਹਉਮੈ ਤ੍ਰਿਸ਼ਨਾ ਮਾਰ। ਰਹਾਉ। ਪੰਨਾ 22। ਅਰਥ, ਹੇ ਮਨ, ਗੁਰੂ ਦੀ ਸ਼ਰਨ ਪੈ ਕੇ ਤ੍ਰਿਸ਼ਨਾ ਦੀ ਅੱਗ ਦੂਰ ਕਰ ਸਕੀਦੀ ਹੈ। ਜਦੋਂ ਗੁਰੂ ਦਾ ਦੱਸਿਆ ਹੋਇਆ ਉਪਦੇਸ਼ ਮਨ ਵਿੱਚ ਟਿਕ ਜਾਏ ਤਾਂ ਮੈਂ ਵੱਡਾ ਹੋ ਜਾਵਾਂ, ਮੈਂ ਵੱਡਾ ਹੋ ਜਾਵਾਂ, ਇਹ ਲਾਲਚ ਮਖਾਂ ਮੈਂ ਵੱਡਾ ਹੋ ਜਾਵਾਂ, ਇਹ ਲਾਲਚ ਮੁਕਾ ਲਈਦਾ ਹੈ। ਰਹਾਉ। ਗੁਰੂ ਦੀ ਸ਼ਰਨ ਛੱਡ ਕੇ ਜੇ ਮਨੁੱਖ ਸੰਨਿਆਸ ਭੇਖ ਧਾਰ ਕੇ ਦੇਸ਼ ਦੇਸ਼ ਵਿੱਚ ਭੌਂਦਾ ਫਿਰੇ, ਥਾਂ ਥਾਂ ਭਟਕਣ ਨਾਲ ਤ੍ਰਿਸ਼ਨਾ ਦੀ ਅੱਗ ਬੁਝ ਨਹੀਂ ਸਕਦੀ, ਅੰਦਰੋਂ ਵਿਕਾਰਾਂ ਦੀ ਮੈਲ ਨਹੀਂ ਲੈਂਦੀ। ਅਜਿਹਾ ਜੀਵਨ ਫਿਟਕਾਰਯੋਗ ਹੀ ਰਹਿੰਦਾ ਹੈ। ਸਿੱਖਿਆ ਗ੍ਰਹਿਣ ਕਰਨ ਤੋਂ ਬਿਨਾਂ ਹੋਰ ਕਿਸੇ ਥਾਂ ਵੀ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ। ਇਸੇ ਸਿਧਾਂਤ ਨੂੰ ਦ੍ਰਿੜ ਕਰਵਾਉਣ ਲਈ ਸਤਿਗੁਰਾਂ ਦਾ ਫਰਮਾਨ ਹੈ, ਮਨ ਰੇ ਗਹਿਓ ਨ ਗੁਰ ਉਪਦੇਸ਼, ਕਹਾਂ ਭਇਓ ਜੋ ਮੂੰਡ ਮੰਡਾਇਓ, ਭਗਵੋ ਕੀਨੋ ਭੇਸ। ਪੰਨਾ 633। ਸਤਿਗੁਰੂ ਨਾਨਕ ਜੀ ਦਾ ਉਪਦੇਸ਼ ਕਮਾਉਣਾ ਹੀ ਅਸਲੀ ਭਗਤੀ ਹੈ। ਜੋਗ ਨ ਭਗਵੀਂ ਕੱਪਣੀ, ਜੋਗ ਨ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ, ਸਤਿਗੁਰ ਕੈ ਉਪਦੇਸ਼। ਪੰਨਾ 1421। ਕਿਸੇ ਵੀ ਕਰਮਕਾਂਡੀ ਤਰੀਕੇ ਨਾਲ ਪਰਮਾਤਮਾ ਨਾਲ ਮਿਲਾਪ ਸੰਭਵ ਨਹੀਂ ਹੈ। ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰਨ ਲਈ ਸਤਿਗੁਰਾਂ ਦਾ ਉਪਦੇਸ਼ ਕਮਾਉਣਾ ਹੀ ਕੇਵਲ ਮਾਤਰ ਸਾਧਨ ਹੈ। ਭਾਵੇਂ ਪਰਮਾਤਮਾ ਦਾ ਨਾਮ ਰਸ ਸਰੀਰ ਦੇ ਅੰਦਰ ਹੀ ਹੈ, ਪਰ ਇਸ ਦੀ ਪ੍ਰਾਪਤੀ ਗੁਰੂ ਉਪਦੇਸ਼ ਕਮਾਉਣ ਤੋਂ ਬਿਨਾਂ ਨਹੀਂ ਹੋ ਸਕਦੀ। ਸੋ ਆਓ ਸਤਿਗੁਰਾਂ ਦੇ ਬਚਨਾਂ ਨੂੰ ਸਮਝ ਕੇ ਜੀਵਨ ਜੁਗਤ ਸਵਾਰਨ ਦੇ ਆਰੇ ਲੱਗੀਏ। ਕਾਇਆ ਨਗਰ ਮੈਂ ਰਾਮ ਰਸ ਊਤਮ, ਕਿਉਂ ਪਾਈਏ ਉਪਦੇਸ਼ ਜਨ ਕਰੋ, ਸਤਿਗੁਰ ਸੇਵ ਸਫਲ ਹਰ ਦਰਸ਼ਨ, ਮਿਲ ਅੰਮ੍ਰਿਤ ਹਰ ਰਸ ਪੀਓ। ਪੰਨਾ 800। ਸਤਿਗੁਰੂ ਦੇ ਬਚਨਾਂ ਦਾ ਅਰਥ ਗੁਰੂ ਉਪਦੇਸ਼ ਹੀ ਹੈ। ਗੁਰ ਕੈ ਬਚਨ ਮੋਹਿ ਪਰਮ ਗਤ ਪਾਈ, ਗੁਰ ਪੂਰੇ ਮੇਰੀ ਪੈਜ ਰਖਾਈ, ਗੁਰ ਕੇ ਬਚਨ ਧਿਆਇਓ ਮੋਹਿ ਨਾਉ, ਗੁਰ ਪ੍ਰਸਾਦ ਮੋਹਿ ਮਿਲਿਓ ਥਾਉ। ਰਹਾਉ। ਗੁਰ ਕੈ ਬਚਨ ਸੁਨ ਰਸਨ ਵਖਾਣੀ, ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ, ਗੁਰ ਕੇ ਬਚਨ ਮਿਟਿਆ ਮੇਰਾ, ਗੁਰ ਕੀ ਦਇਆ ਤੇ ਮੇਰਾ ਵੱਡ ਪ੍ਰਤਾਪ, ਗੁਰ ਕੇ ਬਚਨ ਮਿਟਿਆ ਮੇਰਾ ਭਰਮ, ਗੁਰ ਕੇ ਬਚਨ ਪੇਖਿਓ ਸਭ ਬ੍ਰਹਮ, ਗੁਰ ਕੈ ਬਚਨ ਕੀਨੋ ਰਾਜ ਜੋਗ, ਗੁਰ ਕੈ ਸੰਗ ਤਰਿਆ ਸਭ ਲੋਗ, ਗੁਰ ਕੈ ਬਚਨ ਮੇਰੇ ਕਾਰਜ ਸਿੱਧ, ਗੁਰ ਕੈ ਬਚਨ ਪਾਇਆ ਨਉ ਨਿਧ, ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ, ਤਿਸ ਕੀ ਕਟਿਐ ਜਮ ਕੀ ਫਾਸਾ। ਪੰਨਾ 239। ਸਤਿਗੁਰਾਂ ਦੇ ਬਚਨਾਂ ਅਨੁਸਾਰ ਜੀਵਨ ਬਣਾਉਣਾ ਅਥਵਾ ਜੀਵਨ ਜੁਗਤ ਸਵਾਰ ਲੈਣੀ ਸੰਸਾਰ ਸਾਗਰ ਤੋਂ ਪਾਰ ਉਤਾਰੇ ਦਾ ਸਾਧਨ ਹੈ। ਕਿਸੇ ਬਾਣੀ ਨੂੰ ਕਰਾਮਾਤੀ ਮੰਤਰ ਸਮਝ ਕੇ ਉਸ ਦੇ ਜਾਪ ਕਰੀ ਜਾਣ ਤੋਂ ਕਿਸੇ ਕਰਾਮਾਤੀ ਲਾਭ ਦੀ ਆਸ ਰੱਖਣੀ ਵਿਅਰਥ ਦਾ ਭਰਮ ਹੈ। ਭਰਮ ਨਾ ਭੂਲੋ ਸਤਿਗੁਰ ਸੇਵੋ, ਮਨ ਰਾਖੋ ਇੱਕ ਠਾਈ। ਪੰਨਾ 909। ਭਾਗ 8ਵਾਂ। ਉਪਦੇਸ਼ ਪਦ ਦਾ ਹੋਰ ਅਰਥ। ਪਿੱਛੇ ਅਸੀਂ ਮਹਾਨ ਕੋਸ਼ ਵਿੱਚ ਮੰਤਰ ਦਾ ਅਰਥ ਗੁਰ ਉਪਦੇਸ਼ ਵੀ ਪੜ੍ਹਿਆ ਹੈ। ਉਪਦੇਸ਼ ਲਫ਼ਜ਼ ਦੇ ਅਰਥ ਮਹਾਨ ਕੋਸ਼ ਵਿੱਚ ਇਸ ਪ੍ਰਕਾਰ ਹਨ। ਨੰਬਰ 1 ਸਿੱਖਿਆ ਨਸੀਹਤ, ਨੰਬਰ 2 ਹਿਤ ਕੀ ਬਾਤ, ਨੰਬਰ 3 ਗੁਰ ਦੀਖਿਆ ਦੀਕਸ਼ਾ, ਨੰਬਰ 4 ਦੇਸ਼ਾਂਤਰਗਤ ਦੇਸ਼ ਜੈਸੇ ਭਾਰਤ ਖੰਡ ਵਿੱਚ ਪੰਜਾਬ ਆਦਿਕ। ਮੇਰ ਕੇਤੇ ਕੇਤੇ ਧੂ ਉਪਦੇਸ਼ ਜਪ, ਭਾਵ ਉਪਦੇਸ਼ ਦਾ ਅਰਥ ਭੂਮੀ ਦਾ ਹਿੱਸਾ ਵੀ ਹੈ। ਫਿਰ ਧੂ ਪਦ ਦੇ ਅਰਥ ਇਸ ਪ੍ਰਕਾਰ ਹਨ। ਨੰਬਰ 1 ਕੰਬਾਉਣਾ ਹਿਲਾਉਣਾ ਤਿਆਗਣਾ ਨਸ਼ਟ ਕਰਨਾ, ਨੰਬਰ 2 ਤ੍ਰੈ ਸੰਗਿਆ ਕੇਤੇ ਧਰੂ ਉਪਦੇਸ਼ ਜਪ ਜੀ,
ਅਤੇ ਧਰਵ ਦਾ ਅਰਥ ਹੈ ਸਥਿਰ ਹੋਣਾ, ਅਟਲ ਹੋਣਾ। ਕੇਤੇ ਦਾ ਅਰਥ ਕਿਤਨਾ ਲਿਖਿਆ ਹੈ। ਜਪਜੀ ਸਾਹਿਬ ਦੀ 35ਵੀਂ ਪੌੜੀ ਵਿਚਲੀ ਤੁਕ ਦੇ ਉਪਰੋਕਤ ਭਾਗ ਕੇਤੇ ਧੂ ਉਪਦੇਸ਼ ਦੇ ਅਰਥ ਸਾਹਿਬ ਸਿੰਘ ਜੀ, ਭਾਈ ਵੀਰ ਸਿੰਘ ਜੀ ਆਦਿ ਵਿਦਵਾਨਾਂ ਦੇ ਕੀਤੇ ਅਰਥ ਮਹਾਨ ਕੋਸ਼ ਦੇ ਇਹਨਾਂ ਅਰਥਾਂ ਨਾਲ ਮੇਲ ਨਹੀਂ ਖਾਂਦੇ। ਪੂਰੀ ਤੁਕ ਹੈ ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂ ਉਪਦੇਸ਼। ਸਾਹਿਬ ਸਿੰਘ ਜੀ ਅਕਾਲ ਪੁਰਖ ਦੀ ਕੁਦਰਤ ਵਿੱਚ ਬੇਅੰਤ ਕੰਮ ਕਰਨ ਦੀਆਂ ਭੂਮੀਆਂ ਭਾਵ ਧਰਤੀਆਂ ਹਨ। ਬੇਅੰਤ ਮੇਰੂ ਪਰਬਤ, ਬੇਅੰਤ ਧਰੂ ਭਗਤ ਅਤੇ ਉਹਨਾਂ ਦੇ ਉਪਦੇਸ਼ ਹਨ। ਭਾਈ ਵੀਰ ਸਿੰਘ ਜੀ ਕਿੰਨੀਆਂ ਕਰਮਾਂ ਦੀਆਂ ਭੂਮੀਆਂ, ਕਿੰਨੇ ਸੁਮੇਰ, ਕਿੰਨੇ ਧਰੂ, ਕਿੰਨੇ ਉਪਦੇਸ਼ ਦੇਣ ਵਾਲੇ ਧੂ ਵਰਗਿਆਂ ਦੇ ਭਾਵ ਨਾਰਦ ਆਦਿ ਹਨ। ਪਰ ਸੰਸਕ੍ਰਿਤ ਦੇ ਵਿਦਵਾਨ ਰਜਨੀਸ਼ ਓਸ਼ੋ ਨੇ ਮਹਾਨ ਕੋਸ਼ ਵਾਲੇ ਅਰਥ ਲਗਭਗ ਠੀਕ ਮੰਨੇ ਹਨ। ਉਹਨਾਂ ਨੇ ਇਸ ਪ੍ਰਕਾਰ ਅਰਥ ਕੀਤੇ ਹਨ, ਕਿੰਨੀਆਂ ਕਰਮ ਭੂਮੀਆਂ, ਕਿੰਨੇ ਸੁਮੇਰ ਪਰਬਤ, ਕਿੰਨੇ ਧਰਵ, ਧਰੂ ਭਗਤ ਨਹੀਂ, ਧਰਵ ਅਚਲ, ਕਿੰਨੇ ਉਪਦੇਸ਼। ਰਜਨੀਸ਼ ਜੀ ਨੇ ਧਰੂ ਉਪਦੇਸ਼ ਦਾ ਭਾਵ ਅਚਲ ਸ੍ਰਿਸ਼ਟ ਖੰਡ ਕਿਹਾ ਹੈ। ਉਪਦੇਸ਼ ਪਦ ਇੱਕ ਹੋਰ ਅਰਥ ਵਿੱਚ ਛੇ ਘਰ, ਛੇ ਗੁਰ, ਛੇ ਉਪਦੇਸ਼, ਗੁਰ ਗੁਰ ਏਕੋ, ਵੇਸ ਅਨੇਕ, ਪੰਨਾ 12। ਗੁਰ ਉਪਦੇਸ਼ ਜਪੀਏ ਮਨ ਸਾਚਾ, ਗੁਰ ਉਪਦੇਸ਼ ਰਾਮ ਰੰਗ ਰਾਚਾ, ਗੁਰ ਉਪਦੇਸ਼ ਟੁੱਟੇ ਸਭ ਬੰਧਨ, ਇਹ ਭਰਮ ਮੋਹ ਪਰ ਜਾਲਣ, ਪੰਨਾ 1077। ਮੰਤਰ ਦੀਖਿਆ ਅਤੇ ਉਪਦੇਸ਼ ਦੇ ਬੇਅੰਤ ਸ਼ਬਦ ਲਿਖ ਕੇ ਗੁਰਦੇਵ ਜੀ ਨੇ ਬਾਰ-ਬਾਰ ਇਹੀ ਸੋਝੀ ਦਿੱਤੀ ਹੈ ਕਿ ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਢਾਲ ਲੈਣਾ ਹੀ ਗੁਰ ਭਗਤੀ, ਗੁਰਸੇਵਾ ਅਥਵਾ ਗੁਰਸਿੱਖੀ ਹੈ। ਗੁਰਬਾਣੀ ਦਾ ਮਹਾਮੰਤਰ, ਮੂਲ ਮੰਤਰ ਅਥਵਾ ਗੁਰਮੰਤਰ ਕੇਵਲ ਅਤੇ ਕੇਵਲ ਪ੍ਰਭੂ ਦਾ ਸਿਮਰਨ ਹੀ ਹੈ। ਪਰਮਾਤਮਾ ਦੀਆਂ ਵਡਿਆਈਆਂ ਦੀ ਵਿਚਾਰ ਹੀ ਮੰਤਰਾਂ ਸਿਰ ਮੰਤਰ ਹੈ। ਆਦਿ ਕਾਲ ਤੋਂ ਹਿੰਦੂ ਧਰਮ ਦਾ ਗੁਰੂ ਬ੍ਰਾਹਮਣ ਹੀ ਹੈ। ਵਿਦਿਆ ਦਾ ਮਾਲਕ ਅਤੇ ਦਾਨ ਦਕਸ਼ਣਾ ਲੈਣ ਦਾ ਕੇਵਲ ਮਾਤਰ ਅਧਿਕਾਰੀ ਸਿਰਫ ਬ੍ਰਾਹਮਣ ਹੀ ਹੋਣ ਦੇ ਕਾਰਨ ਹਿੰਦੂ ਮਤ ਜੋਗੀਆਂ, ਵੈਰਾਗੀ ਸਾਧੂਆਂ ਅਥਵਾ ਸਿੱਧਾਂ ਦੇ ਟੋਲਿਆਂ ਅਥਵਾ ਮੱਠਾਂ ਦਾ ਗੁਰੂ ਬ੍ਰਾਹਮਣ ਹੀ ਬਣਦਾ ਆ ਰਿਹਾ ਹੈ। ਕਿਸੇ ਨੂੰ ਆਪਣਾ ਚੇਲਾ ਬਣਾਉਣ ਦੀ ਉਚੇਚੀ ਕਰਮਕਾਂਡੀ ਵਿਧੀ ਅਥਵਾ ਰਸਮ ਬ੍ਰਾਹਮਣ ਗੁਰੂ ਨੇ ਵੇਦਕ ਕਾਲ ਤੋਂ ਹੀ ਮਿਥੀ ਹੋਈ ਹੈ। ਖਾਸ ਸ਼ਬਦਾਂ ਦਾ ਬਣਿਆ ਗੁਰਮੰਤਰ ਚੇਲੇ ਦੇ ਕੰਨ ਵਿੱਚ ਦੇਣਾ ਅਤੇ ਉਸ ਨੂੰ ਗੁਪਤ ਰੱਖਣ ਦਾ ਪ੍ਰਣ ਕਰਾਉਣਾ, ਪੈਰ ਧੋ ਕੇ ਪਿਲਾਉਣੇ ਆਦਿ ਗੁਰੂ ਧਾਰਨ ਸਮੇਂ ਦੀ ਰਸਮ ਦਾ ਜ਼ਰੂਰੀ ਅੰਗ ਬਣ ਚੁੱਕੇ ਸਨ। ਗੁਰੂ ਤੋਂ ਦੀਖਿਆ ਲੈਣ ਦੇ ਵੱਟੇ ਗੁਰੂ ਨੂੰ ਗੁਰੂ ਦਕਸ਼ਣਾ ਵਿੱਚ ਧਨ ਪਦਾਰਥ ਦੇਣ ਦਾ ਅਥਵਾ ਗੁਰੂ ਦੀ ਮੰਗ ਪੂਰੀ ਕਰਨ ਦਾ ਵਿਧਾਨ ਵੀ ਬ੍ਰਾਹਮਣ ਨੇ ਹੀ ਬਣਾਇਆ ਹੋਇਆ ਸੀ। ਮਹਾਭਾਰਤ ਗਾਥਾ ਦੇ ਮੁੱਖ ਪਾਤਰਾਂ ਪਾਂਡਵਾਂ ਕੋਲੋਂ ਉਹਨਾਂ ਦੇ ਗੁਰੂ ਦਰੋਣਾਚਾਰੀਆ ਨੇ ਰਾਜੇ ਦ੍ਰੌਪਦ ਦੀ ਹਾਰ ਅਥਵਾ ਉਸ ਦਾ ਅੱਧਾ ਰਾਜ ਗੁਰੂ ਦਕਸ਼ਣਾ ਵਿੱਚ ਲੈ ਲਿਆ ਸੀ। ਸਪਸ਼ਟ ਹੁੰਦਾ ਹੈ ਕਿ ਇਹ ਸਾਰਾ ਅਡੰਬਰ ਬ੍ਰਾਹਮਣੀ ਲੁੱਟ ਨੀਤੀ ਦੀ ਹੀ ਉਪਜ ਸੀ। ਹਿੰਦੂਆਂ ਦੇ ਧਰਮ ਗ੍ਰੰਥਾਂ ਅਨੁਸਾਰ ਮੂਲ ਮੰਤਰ ਓੰਗ ਹੈ। ਮੂਲ ਮੰਤਰ ਤੋਂ ਛੁੱਟ ਬ੍ਰਾਹਮਣੀ ਧਰਮ ਦੀ ਉਪਜ ਇਹਨਾਂ ਸਾਧ ਟੋਲਿਆਂ ਅਥਵਾ ਮੱਠਾਂ ਦੇ ਸੰਚਾਲਕਾਂ ਦਾ ਆਪਣਾ ਗੁਪਤ ਗੁਰਮੰਤਰ, ਮਹਾਮੰਤਰ ਅਥਵਾ ਮਾਲਾ ਮੰਤਰ ਵੀ ਹੁੰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਸੇ ਥਾਂ ਵੀ ਕਿਸੇ ਬਾਣੀ ਅਥਵਾ ਸ਼ਬਦਾਂ ਦੇ ਜੋੜ ਨੂੰ ਉਚੇਚੀ ਕਰਾਮਾਤਾਂ ਵਾਲਾ ਮੰਤਰ ਨਹੀਂ ਮੰਨਿਆ। ਇੱਕ ਓੰਕਾਰ ਤੋਂ ਲੈ ਕੇ ਹਰਿਆ ਸ਼ਬਦ ਤਾਈਂ 1430 ਪੰਨੇ ਸਾਰਾ ਹੀ ਇਕਸਾਰ ਗੁਰ ਉਪਦੇਸ਼ ਹੈ। ਮਿਥੀ ਹੋਈ ਕਿਸੇ ਉਚੇਚੀ ਵਿਧੀ ਨਾਲ ਇਸ ਸਮੁੱਚੀ ਬਾਣੀ ਦੇ ਮੰਤਰ ਪਾਠ ਨੂੰ ਜਾਂ ਇਸ ਵਿੱਚੋਂ ਚੁਣੇ ਹੋਏ ਕਿਸੇ ਖਾਸ ਸ਼ਬਦ ਅਥਵਾ ਤੁਕ ਦੇ ਬ੍ਰਾਹਮਣੀ ਮੰਤਰਾਂ ਵਾਂਗ ਕੀਤੇ ਜਾਪ ਨੂੰ ਖਾਸ ਕਰਾਮਾਤੀ ਸ਼ਕਤੀ ਵਾਲਾ ਅਤੇ ਮਨ ਇੱਛੇ ਫਲ ਦੇਣ ਵਾਲਾ ਕਹਿਣਾ ਮਨਮਤ ਹੈ, ਅਸਿੱਖੀ ਹੈ, ਵਿਪਰਨ ਕੀ ਰੀਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ ਪ੍ਰਥਮ ਪਾਵਨ ਬਾਣੀ ਮੂਲ ਮੰਤਰ ਦਾ ਹਰ ਇੱਕ ਸ਼ਬਦ ਲਫ਼ਜ਼ ਵਡਮੁੱਲੇ ਗਿਆਨ ਦਾ ਭੰਡਾਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਗੁਰਮਤਿ ਸਿਧਾਂਤ ਦੇ ਧੁਰੇ ਉਸ ਮਹਾਨ ਬਾਣੀ ਦੀ ਪਰਿਕਰਮਾ ਕਰਦੀ ਦਿਸ ਆਉਂਦੀ ਹੈ। ਪਹਿਲੇ ਅੱਖਰ ਇੱਕ ਨੇ ਵਿਪਰ ਦੀ ਰੀਤ ਦੀ ਜਿੰਨੀ ਖੰਡਨਾ ਕੀਤੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ
ਕਿਸੇ ਹੋਰ ਅੱਖਰ ਨੇ ਏਡੀ ਭਰਪੂਰ ਖੰਡਨਾ ਨਹੀਂ ਕੀਤੀ। ਨਿਆਰੇ ਆਚਰਨ ਵਾਲੇ ਸੰਤ ਸੂਰਮੇ ਦਾ ਨਿਰਮਾਣ ਕਰਨ ਆਏ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਜੈਸਾ ਸੇਵੈ ਤੈਸਾ ਹੋਏ ਪੰਨਾ 223 ਸਿਧਾਂਤ ਦੀ ਭਰਪੂਰ ਵਰਤੋਂ ਕਰਨ ਲਈ ਇਸ ਮਹਾਨ ਬਾਣੀ ਮੂਲ ਮੰਤਰ ਵਿੱਚ ਉਹ ਸ੍ਰੇਸ਼ਟ ਗੁਣ ਭਰੇ ਜਿਹੜੇ ਗੁਣ ਉਹ ਮਨੁੱਖ ਵਿੱਚ ਵੇਖਣਾ ਲੋੜਦੇ ਸਨ। ਨਿਰਭਉ ਦਾ ਸਿਮਰਨ ਕਰਨ ਵਾਲਾ ਨਿਰਭਉ ਹੋ ਜਾਵੇ, ਨਿਰਵੈਰ ਨਾਲ ਪਿਆਰ ਪਾ ਲੈਣ ਵਾਲਾ ਨਿਰਵੈਰ ਹੋ ਜਾਏ। ਮਨੁੱਖ ਨੂੰ ਉੱਚਾ ਲੈ ਜਾਣ ਵਿੱਚ ਸਹਾਈ ਹੋਣ ਵਾਲੇ ਪਰਮਾਤਮਾ ਦੇ ਜਿੰਨੇ ਗੁਣ ਇਸ 14 ਲਫ਼ਜ਼ਾਂ ਵਾਲੀ ਪਾਵਨ ਬਾਣੀ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸਮੋ ਦਿੱਤੇ ਹਨ, ਉਸ ਦੀ ਤੁਲਨਾ ਸੰਸਾਰ ਵਿੱਚ ਕਿਤੇ ਨਹੀਂ ਮਿਲਦੀ। ਖਾਲਸਾ ਪੰਥ ਦੀ ਅਣਗਹਿਲੀ ਕਾਰਨ ਲਖਾਰੀਆਂ ਨੂੰ ਸਮੇਂ-ਸਮੇਂ ਸੇਧ ਪੱਤਰ ਜਾਰੀ ਨਾ ਹੋਣ ਦੇ ਕਾਰਨ ਗੁਰਮਤਿ ਦੀ ਖੰਡਨਾ ਕਰਨ ਵਾਲੀਆਂ ਪੁਸਤਕਾਂ ਦੀ ਗਿਣਤੀ ਬਾਜ਼ਾਰ ਵਿੱਚ ਵੱਧਦੀ ਗਈ। ਕੇਂਦਰ ਦੀ ਇਸ ਅਣਗਹਿਲੀ ਦਾ ਹੀ ਸਿੱਟਾ ਹੈ ਕਿ ਡੇਰੇਦਾਰ ਸਾਧ ਨੇ ਆਪਣੇ ਡੇਰੇ ਦੀ ਪ੍ਰਸਿੱਧਤਾ ਅਥਵਾ ਆਪਣੀ ਨਿੱਜੀ ਉੱਤਮਤਾਈ ਵਾਲੇ ਭੇਖ ਦੀ ਗਾਹਕੀ ਵਧਾਉਣ ਲਈ ਝੂਠੀਆਂ ਅਤੇ ਮਨ ਘੜਤ ਕਹਾਣੀਆਂ ਘੜ ਕੇ ਗੁਰਬਾਣੀ ਦੇ ਵਿਧੀ ਨਾਲ ਮੰਤਰ ਪਾਠਾਂ ਨੂੰ ਬੜੀਆਂ ਕਰਾਮਾਤਾਂ ਦਾ ਮਾਲਕ ਅਤੇ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ ਪ੍ਰਚਾਰਨਾ ਆਰੰਭ ਕਰ ਦਿੱਤਾ। ਆਪਣੀ ਮੱਤ ਨੂੰ ਸ੍ਰੇਸ਼ਟ ਸਿੱਧ ਕਰਨ ਲਈ ਮੂਲ ਮੰਤਰ ਦੇ ਉਸ ਆਕਾਰ ਨੂੰ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮਨਜ਼ੂਰ ਹੈ ਵਿਗਾੜ ਕੇ ਜਪਜੀ ਸਾਹਿਬ ਦੇ ਮੰਗਲਾਚਰਨ ਵਾਲੇ ਸ਼ਲੋਕ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਸਿੱਖ ਮੱਤ ਨੂੰ ਪੂਰਨ ਤੌਰ 'ਤੇ ਵਿਪਰਨ ਕੀ ਰੀਤ ਦੇ ਰੰਗ ਵਿੱਚ ਰੰਗ ਦੇਣ ਦੇ ਯਤਨਾਂ ਵਿੱਚ ਹੀ ਗੁਰਬਾਣੀ ਨੂੰ ਮਹਾਮੰਤਰ ਅਤੇ ਮਾਲਾ ਮੰਤਰ ਨਾਮ ਵੀ ਦੇ ਦਿੱਤੇ। ਕਰਮਕਾਂਡੀ ਢੰਗ ਵਾਲੇ ਗੁਪਤ ਗੁਰਮੰਤਰ ਦੇਣ ਵਾਲੇ ਬੰਧਨਾਂ ਦਾ ਅਨੁਭਵ ਵੀ ਸਿੱਖ ਦੇ ਮਨ ਵਿੱਚ ਵਾੜ ਦੇਣ ਦੇ ਭਰਪੂਰ ਯਤਨ ਆਰੰਭ ਦਿੱਤੇ। ਵੇਦਕ ਧਰਮ ਵਾਲੇ ਕਰਮ ਕਪਾਟ ਭੰਨ ਤੋੜ ਕੇ ਬੰਧਨਾਂ ਤੋਂ ਮੁਕਤ ਕਰਨ ਲਈ ਆਏ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਬਣਨ ਲਈ ਵੀ ਵਿਧੀ ਵਿਧਾਨ ਥਾਪ ਦਿੱਤੇ। ਫੋਕੀ ਪ੍ਰਭੁਤਾ ਦੇ ਭੁੱਖੇ ਇਸ ਪਖੰਡੀ ਡੇਰੇਦਾਰ ਨੇ ਪੰਚਮ ਪਾਤਸ਼ਾਹ ਜੀ ਦੀ ਗੁਰੂ ਨਾਨਕ ਸਾਹਿਬ ਜੀ ਪ੍ਰਤੀ ਅਥਾਹ ਸ਼ਰਧਾ ਵਾਲੇ ਇਸ ਪਾਵਨ ਫੁਰਮਾਨ ਨੂੰ ਵੀ ਬੇਲੋੜਾ ਸਮਝ ਲਿਆ। ਤੈਂਡੀ ਬੰਦਸ਼ ਮੈਂ ਕੋਏ ਨਾ ਡਿੱਠਾ ਤੂੰ ਨਾਨਕ ਮਨ ਭਾਣਾ ਘੋਲ ਘੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਪੰਨਾ 964। ਵਿਰੋਧੀ ਵਿਚਾਰਾਂ ਵਾਲਿਆਂ ਦੇ ਮਨਾਂ ਨੂੰ ਵੀ ਪਿਆਰ ਦੀ ਧੂ ਪਾ ਲੈਣ ਵਾਲੇ ਪਿਆਰੇ ਸਤਿਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਬਣਨ ਲਈ ਤਾਂ ਕਿਸੇ ਵੀ ਕਰਮਕਾਂਡੀ ਬੰਧਨ ਦੀ ਲੋੜ ਨਹੀਂ ਸੀ। ਅਗਿਆਨਤਾ ਕਾਰਨ ਬਣੇ ਭਰਮ ਦੇ ਘੁੱਪ ਹਨੇਰੀ ਦੀ ਮੋਟੀ ਚਾਦਰ ਨੂੰ ਗੁਰਮਤਿ ਗਿਆਨ ਨੇ ਲੀਰੋ ਲੀਰ ਕਰ ਦਿੱਤਾ। ਇਸੇ ਹੀ ਨਿਆਰੀ ਮਹਾਨਤਾ ਦੇ ਕਾਰਨ ਹੀ ਤਾਂ ਗੁਰੂ ਅਰਜਨ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਤੋਂ ਉਪਰੋਕਤ ਪਾਵਨ ਸ਼ਲੋਕ ਵਿੱਚ ਸਦਕੇ ਵਾਰੇ ਜਾ ਰਹੇ ਹਨ। ਪਰ ਜਿਸ ਡੇਰੇਦਾਰ ਨੇ ਸਿੱਖੀ ਵਿੱਚੋਂ ਸਾਰੇ ਸ਼ੁਭ ਗੁਣ ਕੱਢ ਕੇ ਇਸ ਨੂੰ ਸਤਿਗੁਰਾਂ ਦੀ ਨਜ਼ਰ ਵਿੱਚ ਬੇਪਰਤੀਤਾ ਬਣਾ ਦੇਣ ਦਾ ਬੀੜਾ ਚੁੱਕਿਆ ਹੋਇਆ ਹੋਵੇ, ਉਸ ਨੂੰ ਪੰਚਮ ਪਾਤਸ਼ਾਹ ਜੀ ਦੀ ਸਦਰ ਨਾਲ ਕੀ ਵਾਸਤਾ। ਸ੍ਰੀ ਮਨ ਪੰਥ ਰਤਨ ਵਿਦਿਆ ਮਾਰਤੰਡ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਪੁਸਤਕ ਦੇ ਸਾਰੇ 280 ਸਫ਼ਿਆਂ ਵਿੱਚ ਕਿਸੇ ਇੱਕ ਥਾਂ ਵੀ ਗੁਰਬਾਣੀ ਦੇ ਅਰਥ ਵਿਚਾਰ ਨਾਲ ਆਪਣੀ ਜੀਵਨ ਜੁਗਤ ਸਵਾਰ ਲੈਣ ਦਾ ਉਪਦੇਸ਼ ਨਹੀਂ ਹੈ। ਸੰਤਾਂ ਮਹਾਂਪੁਰਖਾਂ ਨੇ ਕਿਸੇ ਥਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਹਨਾਂ ਫੁਰਮਾਨਾਂ ਵੱਲ ਸਿੱਖ ਦਾ ਧਿਆਨ ਨਹੀਂ ਦਿਵਾਇਆ। ਨੰਬਰ 1 ਜੈ ਸਿਉ ਰਾਤਾ ਤੈਸੋ ਹੋਵੇ ਪੰਨਾ 411। ਨੰਬਰ 2 ਜਿਹਾ ਸੇਵੈ ਤੇਹੋ ਹੋਵੇ ਜੇ ਚੱਲੈ ਤਿਸੇ ਰਜਾਏ ਪੰਨਾ 549। ਨੰਬਰ 3 ਮੁਕਤੇ ਸੇਵੇ ਮੁਕਤਾ ਹੋਵੇ ਪੰਨਾ 116। ਨੰਬਰ 4 ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ ਪੰਨਾ 121। ਅਤੇ ਨੰਬਰ 5 ਸੋ ਜੀਵਤ ਜਿਹ ਜੀਵਤ ਜਪਿਆ ਪੰਨਾ 254। ਸਗੋਂ ਪਾਠਕਾਂ ਨੂੰ ਪੁਸਤਕ ਵਿਚਲੀਆਂ ਪੁਰਾਣਕ ਢੰਗ ਦੀਆਂ ਝੂਠੀਆਂ ਕਹਾਣੀਆਂ ਦੇ ਮਨਮੋਹਣੇ ਭੁਲੇਖੇ ਵਿੱਚ ਫਸਾ ਕੇ ਵਿਪਰਨ ਕੀ ਰੀਤ ਦੇ ਧਾਰਨੀ ਬਣੀ ਜਾਣ ਦਾ ਜ਼ੋਰਦਾਰ ਉਪਦੇਸ਼ ਦਿੱਤਾ ਹੋਇਆ ਹੈ। ਗੁਰੂ ਦੀ ਸਿੱਖਿਆ ਮਨੁੱਖ ਨੂੰ ਪਾਪਾਂ ਤੋਂ ਛਡਾਉਂਦੀ ਹੈ। ਅਨਮੋਲ ਸਿੱਖਿਆ ਦੇਣ ਵਾਲੇ ਪਰਉਪਕਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਉਪਕਾਰ ਨੂੰ ਹਰ ਸੁਆਸ ਨਾਲ ਯਾਦ ਰੱਖਣਾ ਸਾਡਾ ਪਰਮ ਧਰਮ ਹੈ।
हमरे अवगुण बहुत बहुत हैं, बहु बार बार हर गणत न आवै। तू गुणवंता हर हर दयाल, हर आपे बख्श लय हर भावै। हम अपराधी राखे गुर संगति, उपदेश दियो हर नाम छुड़ावे। पन्ना 167। किताब ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਭਾਗ ਦੂਜਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। 6ਵੇਂ ਕਾਂਡ ਦਾ 6ਵਾਂ, 7ਵਾਂ ਅਤੇ 8ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।